ਤਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ। ਤੋ ਗਰੀਬ ਨਵਾਜ ਕਹਿੰਦੇ ਵੇਖ ਭਾਵੇਂ ਇਹ ਸਾਰੇ ਰਸ ਦੁਨੀਆ ਨੇ ਮੰਨ ਲਏ, 6 ਪ੍ਰਕਾਰ ਦੇ ਰਸ ਜਿਹੜੇ ਉਹ ਖਾਣ ਪੀਣ ਦੇ ਮੰਨ ਲਏ, ਇਹ 9 ਪ੍ਰਕਾਰ ਦੇ ਰਸ ਉਹਨੇ ਆਪਣੇ ਮਨ ਵਾਸਤੇ ਮੰਨ ਲਏ, ਪਰੰਤੂ ਤੈਨੂੰ ਇੱਕ ਗੱਲ ਦੱਸੀਏ ਸਿੱਖਾ, ਸਾਰਿਆਂ ਤੋਂ ਸ੍ਰੇਸ਼ਟ ਰਸ ਜਿਹੜਾ ਹੈ ਉਹ ਪਰਿਪੂਰਨ ਪ੍ਰਮਾਤਮਾ ਨਿਰੰਕਾਰ ਵਾਹਿਗੁਰੂ ਜੀ ਦਾ ਨਾਮ ਹੈ। ਉਹ ਐਸਾ ਰਸ ਹੈ ਜਿਹਦੇ ਬਾਰੇ ਗਰੀਬ ਨਵਾਜ ਕਹਿੰਦੇ ਕਿ ਜੇ ਉਸ ਰਸ ਨੂੰ ਚੱਖ ਲਵੇਂਗਾ ਨਾ ਤੇ ਬਾਕੀ ਦੇ ਸਾਰੇ ਕਰਮਕਾਂਡ, ਜਿੰਨੇ ਵੀ ਕਰਮਕਾਂਡ ਲੋਕ ਕਰਦੇ ਨੇ, ਜਿਤਨੇ ਤਰ੍ਹਾਂ ਦੇ ਵੀ ਲੋਕ ਯਤਨ ਕਰਦੇ ਨੇ ਰਸ ਪ੍ਰਾਪਤ ਕਰਨ ਵਾਸਤੇ, ਉਹਨਾਂ ਸਾਰੀਆਂ ਰਸਾਂ ਤੋਂ ਉੱਪਰ ਚਲਿਆ ਜਾਵੇਂਗਾ। ਗਰੀਬ ਨਵਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਬਚਨ ਨੇ, ਹਜ਼ੂਰ ਕਹਿੰਦੇ ਰਾ ਰਸ ਨਿਰਸ ਕਰ ਜਾਣਿਆ। ਵੇਖੋ ਪਰਿਪੂਰਨ ਪਰਮਾਤਮਾ ਦੇ ਰਸ ਨੂੰ ਜਿੰਨੇ ਜਾਣ ਲਿਆ ਨਾ, ਮਹਾਰਾਜ ਕਹਿੰਦੇ ਉਹਨੇ ਬਾਕੀ ਦੇ ਸਾਰੇ ਰਸਾਂ ਨੂੰ ਨਿਰਸ ਕਰਕੇ ਹੀ ਸਮਝ ਲਿਆ। ਤੇ ਸਾਧ ਸੰਗਤ ਜਿਹੜਾ ਬਾਕੀ ਦੇ ਸਾਰੇ ਰਸਾਂ ਨੂੰ ਨਿਰਸ ਸਮਝਦਾ ਹੈ, ਬੇਰਸ ਸਮਝਦਾ ਹੈ, ਵਾਹਿਗੁਰੂ ਜੀ ਦੇ ਨਾਮ ਦਾ ਰਸ ਆਉਂਦਾ ਹੀ ਉਹਨੂੰ ਹੈ। ਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ। ਜਿਹੜਾ ਦੁਨਿਆਵੀ ਰਸਾਂ ਵਾਲੋਂ ਨਿਰਸ ਹੋ ਗਿਆ, ਉਹਨੇ ਹੀ ਉਸ ਪਰਿਪੂਰਨ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੇ ਰਸ ਨੂੰ ਜਾਣਿਆ। ਇਹ ਰਸ ਛੱਡੇ ਉਹ ਰਸ ਆਵਾ। ਜਦੋਂ ਕਹਿੰਦੇ ਬਾਕੀ ਸਾਰੇ ਰਸ ਛੱਡ ਦਿੱਤੇ, ਬਾਕੀ ਸਾਰੇ ਰਸ ਛੱਡ ਦਿੱਤੇ, ਉਹ ਕਿਹੜੇ ਰਸ ਨੇ? ਸਤਿਗੁਰੂ ਜੀ ਇਸ ਸ਼ਬਦ ਵਿੱਚ ਮਹਾਰਾਜ ਬਿਆਨ ਕਰਦੇ ਨੇ, ਸਾਨੂੰ ਮਹਾਰਾਜ ਜੀ ਫਰਮਾਨ ਕਰਕੇ ਸਮਝਾਉਂਦੇ ਨੇ ਕਿ ਦੁਨੀਆ ਦੇ ਲੋਕ ਨਾਮ ਨੂੰ ਛੱਡ ਕੇ ਕਿੰਨਾ ਚੀਜ਼ਾਂ ਵਿੱਚੋਂ ਰਸ ਲੱਭਦੇ ਨੇ। ਆਪਾਂ ਅਗਲੀਆਂ ਪੰਕਤੀਆਂ 'ਚ ਵਿਚਾਰਦੇ ਹਾਂ ਉਹਨਾਂ ਨੂੰ। ਤਾਂ ਹਜ਼ੂਰ ਕਹਿੰਦੇ ਕਿ ਇਹ ਰਸ ਛੱਡੇ ਤੋ ਉਹ ਰਸ ਆਵਾ। ਜਦੋਂ ਬਾਕੀ ਸਾਰੇ ਰਸਾਂ ਨੂੰ ਤਿਆਗ ਦਿੱਤਾ, ਜਦੋਂ ਬਾਕੀ ਸਾਰੇ ਰਸਾਂ ਦਾ ਜੀਵ ਨੇ ਤਿਆਗ ਕਰ ਦਿੱਤਾ, ਫਿਰ ਇਸ ਨੂੰ ਉਹ ਰਸ, ਅਸਲੀ ਰਸ, ਪਰਿਪੂਰਨ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਰਸ ਆਉਂਦਾ ਹੈ। ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਤੇ ਜਿਨ੍ਹਾਂ ਨੇ ਉਹ ਰਸ ਪੀ ਲਿਆ, ਉਹ ਕਿਹੜਾ ਰਸ? ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਰਸ। ਜਿਨ੍ਹਾਂ ਨੇ ਕਹਿੰਦੇ ਉਹ ਰਸ ਪੀ ਲਿਆ, ਉਹਨਾਂ ਨੂੰ ਆ ਦੁਨਿਆਵੀ ਫਿਰ ਰਸ ਕਸ, ਦੁਨਿਆਵੀ ਸਵਾਦ ਜਿਹੜੇ ਨੇ, ਦੁਨਿਆਵੀ ਕਰਮਕਾਂਡ ਜਿਹੜੇ ਨੇ, ਦੁਨਿਆਵੀ ਤੌਰ ਤੇ ਪ੍ਰਭਤਾ ਆਦਿਕ ਜੋ ਪ੍ਰਾਪਤ ਕਰਨ ਦੀ ਮਨੁੱਖ ਦੀ ਬਿਰਤੀ ਰਹਿੰਦੀ ਹੈ, ਇਹਨਾਂ ਸਾਰੇ ਰਸਾਂ ਦੇ ਵਿੱਚੋਂ ਮਨੁੱਖ ਉੱਪਰ ਉੱਠਦਾ ਹੈ। ਤਾਂ ਸਤਿਗੁਰੂ ਕਹਿੰਦੇ ਉਹ ਰਸ ਪੀਆ, ਜਿਹਨੇ ਉਹ ਰਸ ਪੀ ਲਿਆ, ਉਹਨੂੰ ਫਿਰ ਦੁਨਿਆਵੀ ਰਸ ਜਿਹੜੇ ਨੇ ਉਹ ਚੰਗੇ ਨਹੀਂ ਲੱਗਦੇ। ਤਾਂ ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਬਚਨ ਵੀ ਹੈ, ਮਹਾਰਾਜ ਕਹਿੰਦੇ ਕਿ ਵੇਖ ਜਿਹਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਰਸ ਆ ਗਿਆ, ਜਿਹਨੇ ਇੱਕ ਪਰਿਪੂਰਨ ਵਾਹਿਗੁਰੂ ਜੀ ਦੇ ਨਾਮ ਦਾ ਰਸ ਲੈ ਲਿਆ ਨਾ, ਕਹਿੰਦੇ ਉਹਨੂੰ ਬਾਕੀ ਕਿਸੇ ਵੀ ਪ੍ਰਕਾਰ ਦੇ ਖਾਣ ਵਿੱਚੋਂ, ਕਿਸੇ ਵੀ ਪ੍ਰਕਾਰ ਦੇ ਪੀਣ ਵਿੱਚੋਂ, ਕਿਸੇ ਹੋਰ ਪ੍ਰਕਾਰ ਦੀ ਉਹਦੇ ਮਨ ਦੇ ਵਿੱਚ ਖੁਦਿਆ ਭੁੱਖ ਤ੍ਰਿਸ਼ਨਾ ਆਦਿਕ ਨਹੀਂ ਰਹਿੰਦੀ। ਸਤਿਗੁਰੂ ਕਹਿੰਦੇ ਫਿਰ ਇਹ ਚੀਜ਼ਾਂ ਉਹਦੇ ਚਿੱਤ ਦੇ ਵਿੱਚ ਵਸਦੀਆਂ ਹੀ ਨਹੀਂ, ਸਿਰਫ ਜਿਹਦੇ ਮਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਰਸ ਆ ਗਿਆ। ਦਾਤਾਰ ਕਹਿੰਦੇ ਜਾਂ ਕੋ ਆਇਓ ਏਕ ਰਸਾ, ਜਿਹਨੂੰ ਇੱਕ ਦਾ ਰਸ ਆ ਗਿਆ, ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਰਸ ਆ ਗਿਆ, ਖਾਨ ਪਾਨ ਆਨ ਨਹੀਂ ਖੁਦਿਆ, ਉਹਨੂੰ ਖਾਣ ਦੀ, ਪੀਣ ਦੀ, ਪਹਿਨਣ ਦੀ, ਹੋਰ ਕਿਸੇ ਪ੍ਰਕਾਰ ਦੀ ਭੁੱਖ ਨਹੀਂ ਰਹਿੰਦੀ। ਤਾਂ ਕਿ ਚਿਤ ਨਾ ਬਸਾ, ਇਹ ਚੀਜ਼ਾਂ ਕਹਿੰਦੇ ਉਹਦੇ ਚਿੱਤ ਦੇ ਵਿੱਚ ਵਸਦੀਆਂ ਹੀ ਨਹੀਂ। ਕਾਰਨ ਕੀ? ਕਹਿੰਦੇ ਉਹਨੂੰ ਇੱਕ ਦਾ ਰਸ ਆ ਗਿਆ। ਉਹ ਇੱਕ ਕੌਣ? ਪਰਿਪੂਰਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ, ਉਹਦੇ ਨਾਮ ਦਾ ਰਸ ਜਿਹਨੂੰ ਆ ਗਿਆ, ਸਤਿਗੁਰੂ ਜੀ ਕਹਿੰਦੇ ਕਿ ਵੇਖ ਉਹਨੂੰ ਬਾਕੀ ਚੀਜ਼ਾਂ ਦੀ ਭੁੱਖ ਜਿਹੜੀ ਹੈ ਉਹਦੇ ਚਿੱਤ ਦੇ ਵਿੱਚ ਵਸਦੀ ਨਹੀਂ। ਸਤਿਗੁਰੂ ਹੋਰ ਬਚਨ ਕਰਦੇ ਨੇ, ਮਹਾਰਾਜ ਕਹਿੰਦੇ ਕਿ ਵੇਖ ਪਿਆਰਿਆ, ਬਾਕੀ ਜਿੰਨੇ ਵੀ ਰਸ ਤੂੰ ਚੱਖਦਾ ਹੈ, ਗੁਰਬਾਣੀ ਦਾ ਪ੍ਰਮਾਣ ਹੈ, ਕਹਿੰਦੇ ਬਾਕੀ ਜਿੰਨੇ ਵੀ ਰਸ ਤੂੰ ਚੱਖਦਾ ਹੈ ਨਾ, ਉਹਨਾਂ ਰਸਾਂ ਨੂੰ ਚੱਖਣ ਦੇ ਨਾਲ ਤੇਰੀ ਤ੍ਰਿਸ਼ਨਾ ਜਿਹੜੀ ਹੈ ਉਹ ਠੰਡੀ ਨਹੀਂ ਪੈਂਦੀ, ਤੇਰੀ ਤ੍ਰਿਸ਼ਨਾ ਜਿਹੜੀ ਹੈ ਉਹ ਸ਼ਾਂਤ ਨਹੀਂ ਹੁੰਦੀ। ਬਾਕੀ ਦੇ ਰਸ ਚੱਖਣ ਦੇ ਨਾਲ ਜਿਹੜੀ ਹੈ ਤੇਰੀ ਤ੍ਰਿਸ਼ਨਾ ਲੱਥਦੀ ਨਹੀਂ, ਤ੍ਰਿਸ਼ਨਾ ਖਤਮ ਨਹੀਂ ਹੁੰਦੀ। ਤੇ ਪਾਤਸ਼ਾਹ ਕਹਿੰਦੇ ਮਨਾ, ਜੇ ਤੂੰ ਪਰਿਪੂਰਨ ਵਾਹਿਗੁਰੂ ਜੀ ਦੇ ਨਾਮ ਦਾ ਰਸ ਲੈ ਲਵੇਂ, ਜੇ ਤੂੰ ਉਹ ਰਸ ਚੱਖ ਲਵੇਂ ਨਾ,
ਉਹ ਰਸ ਐਸਾ ਹੈ ਜਿਸ ਨੂੰ ਚੱਖ ਕੇ ਤੂੰ ਵਿਸਮਾਦ ਦੀ ਪ੍ਰਾਪਤੀ ਕਰ ਲਵੇਂਗਾ। ਇੱਕ ਐਸਾ ਅਨੁਭਵ ਤੇਰੇ ਅੰਦਰ ਹੋ ਜਾਵੇਗਾ ਜਿਸ ਨੂੰ ਵਿਸਮਾਦ ਦੀ ਅਵਸਥਾ ਕਿਹਾ ਜਾਂਦਾ ਹੈ। ਦਾਤਾਰ ਪਾਤਸ਼ਾਹ ਜੀ ਦਾ ਬਚਨ ਹੈ, ਹਜ਼ੂਰ ਕਹਿੰਦੇ ਆਨ ਰਸਾ ਜੇਤੇ ਤੈ ਚਾਖੇ। ਕਹਿੰਦੇ ਬਾਕੀ ਜਿੰਨੇ ਵੀ ਰਸ ਤੂੰ ਚੱਖੇ ਨੇ, ਕਿਉਂਕਿ ਮਨੁੱਖ ਜਦੋਂ ਤੋਂ ਪੈਦਾ ਹੁੰਦਾ ਰਸ ਹੀ ਪ੍ਰਾਪਤ ਕਰਨ ਦਾ ਯਤਨ ਕਰਦਾ ਹੈ। ਹਰੇਕ ਚੀਜ਼ ਦੇ ਵਿੱਚੋਂ ਕੋਈ ਨਾ ਕੋਈ ਰਸ ਲੱਭਦਾ ਹੈ। ਪਾਤਸ਼ਾਹ ਕਹਿੰਦੇ ਆਨ ਰਸਾ ਜੇਤੇ ਤੈ ਚਾਖੇ। ਆਨ ਦਾ ਮਤਲਬ ਵੀ ਹੋਰ ਜਿੰਨੇ ਵੀ ਰਸ ਤੂੰ ਚੱਖ ਲਏ। ਨਿਮਖ ਨ ਤ੍ਰਿਸ਼ਨਾ ਤੇਰੀ ਲਾਥੇ। ਇੱਕ ਨਿਮਕ ਮਾਤਰ ਵੀ, ਸਕਿੰਟ ਮਾਤਰ ਵੀ, ਥੋੜਾ ਜਿਹਾ ਸਮਾਂ ਵੀ ਤੇਰੇ ਮਨ ਦੀ ਤ੍ਰਿਸ਼ਨਾ ਜਿਹੜੀ ਹੈ ਉਹਨਾਂ ਰਸਾਂ ਦੇ ਨਾਲ ਦੂਰ ਨਹੀਂ ਹੋਈ। ਤੇਰੇ ਮਨਾਂ ਦੇ ਵਿੱਚੋਂ ਉਹ ਤ੍ਰਿਸ਼ਨਾ ਜਿਹੜੀ ਉਹ ਖਤਮ ਨਹੀਂ ਹੋ ਸਕੀ। ਉਹਨਾਂ ਰਸਾਂ ਨੂੰ ਚੱਖ ਕੇ ਸਗੋਂ ਹੋਰ ਰਸ ਚੱਖਣ ਦੇ ਵਾਸਤੇ ਤੂੰ ਤਿਆਰ ਹੋ ਗਿਆ। ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ ਨਾ, ਮਹਾਰਾਜ ਕਹਿੰਦੇ ਕਿ ਇਹ ਰਸ ਜਿਹੜੇ ਚੱਖ ਕੇ ਤੇ ਜੀਵ ਦੇ ਅੰਦਰੋਂ ਤ੍ਰਿਸ਼ਨਾ ਲੱਥੀ ਨਹੀਂ। ਰਿਪੀਟ, ਹਜ਼ੂਰ ਕਹਿੰਦੇ ਇਹ ਰਸ ਚੱਖ ਕੇ ਇਸ ਜੀਵ ਦੇ ਅੰਦਰੋਂ, ਦੁਨਿਆਵੀ ਰਸਾਂ ਨੂੰ ਚੱਖ ਕੇ ਤੇ ਇਸ ਜੀਵ ਦੇ ਅੰਦਰੋਂ ਤ੍ਰਿਸ਼ਨਾ ਦੂਰ ਨਹੀਂ ਹੋਈ, ਤ੍ਰਿਸ਼ਨਾ ਲੱਥੀ ਨਹੀਂ, ਸਗੋਂ ਉਲਟਾ ਹੋਇਆ ਕਿ ਇਸ ਤ੍ਰਿਸ਼ਨਾ ਹੋਰ ਵੱਧਦੀ ਗਈ ਵੀ ਹੋਰ ਇਹਨਾਂ ਰਸਾਂ ਨੂੰ ਮੈਂ ਮਾਣਾ। ਤੇ ਪਾਤਸ਼ਾਹ ਕਹਿੰਦੇ ਜੇ ਤੂੰ ਪੂਰਨ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੇ ਰਸ ਨੂੰ ਚੱਖ ਲੈਂਦਾ, ਉਹ ਸਵਾਦ ਤੂੰ ਲੈ, ਉਹ ਪਰਿਪੂਰਨ ਵਾਹਿਗੁਰੂ ਜੀ ਦੇ ਨਾਮ ਦਾ ਰਸ ਲੈ। ਹਰ ਰਸ ਕਾ ਤੂੰ ਚੱਖ ਹੈ ਸਾਧ। ਵਾਹਿਗੁਰੂ ਜੀ ਦੇ ਨਾਮ ਦੇ ਰਸ ਦਾ ਸਵਾਦ ਚੱਖ ਮਨਾ, ਚਾਖਤ ਹੋਏ ਰਹਿ ਬਿਸਮਾਦ। ਜਦੋਂ ਉਸ ਰਸ ਨੂੰ ਚੱਖ ਲਵੇਂਗਾ ਨਾ ਤੇ ਵਿਸਮਾਦ ਹੋ ਜਾਵੇਂਗਾ। ਵਿਸਮਾਦ ਐਸੀ ਅਵਸਥਾ, ਵਿਸਮਾਦ ਦੀ ਅਵਸਥਾ ਜਿਹਨੂੰ ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ। ਪਾਤਸ਼ਾਹ ਜੀ ਦਾ ਬਚਨ ਹੈ ਨਾ, ਹਜ਼ੂਰ ਕਹਿੰਦੇ ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗ ਫਿਰਹਿ ਜੰਤ। ਤੋ ਭਾਵ ਕਿ ਇੱਕ ਐਸੀ ਅਵਸਥਾ, ਉੱਚੀ ਆਤਮਿਕ ਅਵਸਥਾ ਤੈਨੂੰ ਨਾਮ ਦਾ ਰਸ ਚੱਖ ਕੇ ਉਹ ਪ੍ਰਾਪਤ ਹੋ ਜਾਵੇਗੀ। ਤੇ ਗਰੀਬ ਨਵਾਜ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਬਚਨ ਹੈ। ਮਹਾਰਾਜ ਜੀ ਕਹਿੰਦੇ ਕਿ ਵਾਹਿਗੁਰੂ ਜੀ ਦੇ ਭਗਤਾਂ ਨੂੰ ਉਹਦੇ ਨਾਮ ਤੋਂ ਬਿਨਾਂ ਹੋਰ ਕੁਝ ਮਿੱਠਾ ਲੱਗਦਾ ਹੀ ਨਹੀਂ। ਉਹਨਾਂ ਨੂੰ ਸਿਰਫ ਨਾਮ ਦਾ ਰਸ ਹੀ ਆਉਂਦਾ। ਦਾਤਾਰ ਕਹਿੰਦੇ ਹਰ ਬਿਨ ਕਛੂ ਨਾ ਲਾਗਈ, ਭਗਤਨ ਕੋ ਮੀਠਾ, ਆਨ ਸਵਾਦ ਸਭ ਫੀਕਿਆ, ਕਰ ਨਿਰਣਾਉ ਡੀਠਾ। ਕਹਿੰਦੇ ਉਹਨਾਂ ਨੇ ਨਿਰਣਾ ਕਰ ਦਿੱਤਾ, ਫੈਸਲਾ ਕਰ ਦਿੱਤਾ ਇਸ ਗੱਲ ਦਾ ਕਿ ਵਾਹਿਗੁਰੂ ਜੀ ਦੇ ਨਾਮ ਤੋਂ ਬਗੈਰ ਬਾਕੀ ਦੇ ਰਸ ਸਾਰੇ ਫਿੱਕੇ ਨੇ। ਸਤਿਗੁਰੂ ਕਹਿੰਦੇ ਉਹਨਾਂ ਭਗਤਾਂ ਨੇ ਜਿਨ੍ਹਾਂ ਨੇ ਨਾਮ ਜਪਿਆ, ਨਾਮ ਦੇ ਰਸ ਨੂੰ ਜਾਣਿਆ, ਉਹਨਾਂ ਨੇ ਇਹ ਫੈਸਲਾ ਕਰ ਦਿੱਤਾ, ਨਿਰਣਾ ਕਰ ਦਿੱਤਾ ਕਿ ਵਾਹਿਗੁਰੂ ਜੀ ਦੇ ਨਾਮ ਤੋਂ ਬਗੈਰ ਬਾਕੀ ਸਾਰੇ ਰਸ ਜਿਹੜੇ ਨੇ ਉਹ ਫਿੱਕੇ ਨੇ। ਹਰ ਬਿਨ ਕਿਛੂ ਨਾ ਲਾਗਈ, ਭਗਤਨ ਕੋ ਮੀਠਾ, ਆਨ ਸਵਾਦ ਸਭ ਫੀਕਿਆ, ਕਰ ਨਿਰਣਾਉ ਡੀਠਾ। ਤਾਂ ਮਹਾਰਾਜ ਕਹਿੰਦੇ ਵੀ ਜਿਹੜੇ ਫਿੱਕੇ ਰਸ ਨੇ ਉਹਨਾਂ ਨੂੰ ਛੱਡ ਦੇ, ਉਹਨਾਂ ਦਾ ਤਿਆਗ ਕਰ ਦੇ। ਕਹਿੰਦੇ ਜਿੰਨੇ ਵੀ ਫਿੱਕੇ ਰਸ ਨੇ ਨਾ, ਇਹ ਤੇ ਇਸ ਤਰ੍ਹਾਂ ਹੈ ਵੀ ਜਿਵੇਂ ਕੋਈ ਜੰਗਲ ਹੁੰਦਾ ਹੈ। ਪਾਤਸ਼ਾਹ ਕਹਿੰਦੇ ਇਹ ਵਿਸ਼ਿਆਂ ਦੇ ਰਸ ਇੱਕ ਜੰਗਲ ਦੇ ਵਾਂਗੂ ਨੇ। ਕਹਿੰਦੇ ਜਿਵੇਂ ਤੂੰ ਜੰਗਲ ਦੇ ਵਿੱਚੋਂ ਬਾਹਰ ਨਿਕਲਣਾ ਚਾਹੁੰਦਾ ਹੈ, ਕਿਸੇ ਜੰਗਲ 'ਚ ਫਸ ਜਾਵੇਂ, ਤੂੰ ਚਾਹੁੰਦਾ ਮੈਂ ਇਸ ਜੰਗਲ ਵਿੱਚੋਂ ਬਾਹਰ ਨਿਕਲ ਜਾਵਾਂ, ਇਦਾਂ ਹੀ ਵਿਸ਼ਿਆਂ ਦਾ ਜੰਗਲ ਜਿਹੜਾ ਹੈ, ਕਹਿੰਦੇ ਇੱਥੇ ਇਹ ਜਿਹੜੇ ਵਿਸ਼ਿਆਂ ਦੇ ਰਸ ਜਿਹੜੇ ਬੜੇ ਸਵਾਦ ਭਾਵੇਂ ਲੱਗਣ, ਪਰੰਤੂ ਤੂੰ ਇਸ ਜੰਗਲ ਦੇ ਵਿੱਚੋਂ ਬਾਹਰ ਨਿਕਲਣ ਦਾ ਯਤਨ ਕਰ। ਹਜ਼ੂਰ ਕਹਿੰਦੇ ਬਿਖੈ ਬਨ ਫੀਕਾ ਤਿਆਗਰੀ ਸਖੀਏ। ਤੇ ਫਿਰ ਕਰਨਾ ਕੀ ਹੈ ਮਹਾਰਾਜ? ਨਾਮ ਮਹਾਰਸ ਪੀਓ। ਕਹਿੰਦੇ ਵਾਹਿਗੁਰੂ ਜੀ ਦੇ ਨਾਮ ਦਾ ਰਸ ਜਿਹੜਾ ਮਹਾਰਸ ਹੈ, ਜਿਹਦੇ ਤੋਂ ਉੱਪਰ ਹੋਰ ਕੋਈ ਰਸ ਨਹੀਂ ਹੈ, ਕਹਿੰਦੇ ਕਿ ਉਸ ਰਸ ਨੂੰ ਪੀ, ਜਿਹਨੂੰ ਹਜ਼ੂਰ ਅੱਜ ਇਸ ਪਾਵਨ ਸ਼ਬਦ ਵਿੱਚ ਕਹਿੰਦੇ ਸਭ ਹੂੰ ਕੋ ਰਸ ਹਰ ਹੋ, ਵੀ ਸਾਰਿਆਂ ਨਾਲੋਂ ਸ੍ਰੇਸ਼ਟ ਵਾਹਿਗੁਰੂ ਜੀ ਦਾ ਨਾਮ ਉਹ ਐਸਾ ਰਸ ਹੈ। ਹਜ਼ੂਰ ਕਹਿੰਦੇ ਬਿਖੈ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾਰਸ ਪੀਓ, ਬਿਨ ਰਸ ਝਾਖੇ ਬੁੱਢ ਗਈ ਸਗਲੀ। ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਮ ਦਾ ਰਸ ਨਹੀਂ ਨਾ ਚੱਖਿਆ, ਕਹਿੰਦੇ ਉਹ ਸਾਰੀ ਲੁਕਾਈ ਸਮਝੋ ਬੁੱਢ ਗਈ। ਬੁੱਢ ਦਾ ਭਾਵ ਡੁੱਬ ਗਈ, ਉਹ ਸਾਰੇ ਹੀ ਡੁੱਬ ਗਏ। ਸੁਖੀ ਨਾ ਹੋਵਤ ਜੀਓ, ਉਹਨਾਂ ਦਾ ਜੀ ਜਿਹੜਾ ਉਹ ਸੁਖੀ ਨਾ ਹੋ ਸਕਿਆ। ਤਾਂ ਪਾਤਸ਼ਾਹ ਜੀ ਦੇ ਬਚਨ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ। ਭਗਤ ਸਾਹਿਬ ਜੀ, ਭਗਤ ਕਬੀਰ ਸਾਹਿਬ ਜੀ ਉਹ ਫਰਮਾਉਂਦੇ ਨੇ, ਉਹ ਕਹਿੰਦੇ ਰਾਮ ਰਸ ਪਿਆਰੇ। ਕਹਿੰਦੇ ਵਾਹਿਗੁਰੂ ਜੀ ਦੇ ਨਾਮ ਦਾ ਰਸ ਪੀਤਾ। ਜਦੋਂ ਜੀਵ ਉਸ ਨਾਮ ਦੇ ਰਸ ਨੂੰ ਪੀਣ ਲੱਗ ਪਿਆ, ਵਾਹਿਗੁਰੂ ਜੀ ਦੇ ਨਾਮ ਦਾ ਰਸ ਕਿਹੜਾ? ਇਸ ਜ਼ੁਬਾਨ ਨੂੰ ਕਦੇ ਉਹ ਰਸ ਪ੍ਰਾਪਤ
ਹੁੰਦਾ ਨਹੀਂ। ਜਿਹਨੂੰ ਹੋ ਜਾਵੇ ਸਾਧ ਸੰਗਤ ਉਹਨੂੰ ਦੁਨਿਆਵੀ ਰਸ ਭੁੱਲ ਜਾਂਦੇ ਨੇ। ਮਹਾਰਾਜ ਜੀ ਦਾ ਬਚਨ ਹੈ, ਹਜ਼ੂਰ ਸਤਿਗੁਰੂ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ, ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦਾ ਰੋਜ਼ਾਨਾ ਬਚਨ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ। ਤੇ ਸਿੱਖਾ ਨਿਤਨੇਮ ਤੇਰੀ ਜਿੰਦ ਹੈ, ਤੇਰੀ ਜਾਨ ਹੈ। ਜੇ ਤੂੰ ਗੁਰੂ ਨਾਨਕ ਦਾ ਸਿੱਖ ਹੈ, ਕਲਗੀਆਂ ਵਾਲੇ ਸਤਿਗੁਰੂ ਜੀ ਦਾ ਤੂੰ ਅੰਮ੍ਰਿਤ ਪ੍ਰਾਪਤ ਕੀਤਾ ਹੋਇਆ ਹੈ, ਤੇ ਤੇਰਾ ਇਹ ਨੇਮ ਹੈ ਕਿ ਤੂੰ ਰੋਜ਼ਾਨਾ ਵਾਹਿਗੁਰੂ ਜੀ ਦੀ ਬਖਸ਼ਿਸ਼ ਕੀਤੀ ਉਸ ਬਾਣੀ ਨੂੰ ਪੜ੍ਹੇ। ਜੋ ਉਹ ਬਾਣੀਆਂ ਜਿਹੜੀਆਂ ਸਾਨੂੰ ਹੁਕਮ ਹੈ, ਜਿਨ੍ਹਾਂ ਬਾਣੀਆਂ ਦਾ ਅਸੀਂ ਪਾਠ ਕਰਨਾ ਹੈ ਰੋਜ਼ਾਨਾ, ਅੰਮ੍ਰਿਤ ਵੇਲੇ ਬਾਣੀ ਪੜ੍ਹਨੀ ਹੈ, ਸੰਧਿਆ ਵੇਲੇ ਬਾਣੀ ਪੜ੍ਹਨੀ ਹੈ, ਰਾਤ ਨੂੰ ਸੌਣ ਵੇਲੇ ਬਾਣੀ ਪੜ੍ਹਨੀ ਹੈ। ਤੇ ਸਾਧ ਸੰਗਤ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦੇ ਵਿੱਚ ਉਹ ਆਨੰਦ ਸਾਹਿਬ ਜੀ ਦੀ ਬਾਣੀ ਜਦੋਂ ਆਪਾਂ ਪੜ੍ਹਦੇ ਹਾਂ, ਉੱਥੇ ਮਹਾਰਾਜ ਬਚਨ ਕਰਦੇ ਨੇ। ਹਜ਼ੂਰ ਕਹਿੰਦੇ ਰਸਨਾ ਰਸ ਤੇ ਮਾਣਦੀ ਰਹੀ, ਪਰ ਰਸ ਪ੍ਰਾਪਤ ਨਾ ਕਰ ਸਕੀ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤੇ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ, ਪੀਐ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਕਹੈ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾਂ ਹਰ ਵਸੈ ਮਨ ਆਏ। ਸਭ ਹੂੰ ਕੋ ਰਸ ਹਰ ਹੋ, ਸਾਰਿਆਂ ਤੋਂ ਸ੍ਰੇਸ਼ਟ ਰਸ ਪਰਿਪੂਰਨ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ। ਤਾਂ ਮਹਾਰਾਜ ਕਹਿੰਦੇ ਉਹਨੂੰ ਹਿਰਦੇ ਦੇ ਵਿੱਚ ਵਸਾਉਣਾ ਹੈ ਨਾ। ਕਹਿੰਦੇ ਬਾਕੀ ਸਾਰੇ ਰਸ ਜਿਹੜੇ ਉਹ ਤੈਨੂੰ ਫਿਰ ਫਿੱਕੇ ਲੱਗਣ ਲੱਗ ਪੈਣਗੇ ਆਪੇ ਹੀ, ਜਦੋਂ ਤੈਨੂੰ ਵਾਹਿਗੁਰੂ ਜੀ ਦੇ ਨਾਮ ਦਾ ਰਸ ਆਇਆ। ਰਾਮ ਰਸ ਪਿਆਰੇ, ਜਹ ਰਸ ਬਿਸਰ ਗਏ ਰਸ ਔਰ। ਪਾਤਸ਼ਾਹ ਕਹਿੰਦੇ ਐਸਾ ਰਸ ਹੈ ਇਹ, ਜਿਹਨੂੰ ਪੀ ਕੇ ਬਾਕੀ ਸਾਰੇ ਰਸ ਜਿਹੜੇ ਨੇ ਉਹ ਭੁੱਲ ਗਏ। ਵਾਹਿਗੁਰੂ ਜੀ ਦੇ ਨਾਮ ਦਾ ਐਸਾ ਰਸ ਆਇਆ ਕਿ ਜਿਹਨੇ ਬਾਕੀ ਸਾਰੇ ਹੋਰ ਰਸਾਂ ਨੂੰ ਭੁਲਾ ਦਿੱਤਾ। ਚਾਹੇ ਉਹ ਦੁਨਿਆਵੀ ਰਸ ਸਨ, ਚਾਹੇ ਉਹ ਕਿਸੇ ਸੰਗੀਤ ਦੇ ਕਿਸੇ ਕਾਵਿਆ ਦੇ ਰਸ ਸਨ, ਚਾਹੇ ਉਹ ਕਿਸੇ ਪ੍ਰਕਾਰ ਦੇ ਕਰਮ ਕਾਂਡ ਦਾ ਰਸ ਸੀ, ਉਹ ਸਾਰਾ ਹੀ ਭੁੱਲ ਗਿਆ ਜੀਵ ਨੂੰ। ਅਸਲੀ ਰਸ ਦੀ ਜਦੋਂ ਪ੍ਰਾਪਤੀ ਹੋਈ ਤਾਂ ਪਾਤਸ਼ਾਹ ਕਹਿੰਦੇ ਸਭ ਹੂੰ ਕੋ ਰਸ ਹਰ ਹੋ ਰਹਾਓ। ਪਾਤਸ਼ਾਹ ਜੀ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਕਾਹੂ ਜੋਗ ਕਾਹੂ ਭੋਗ, ਕਾਹੂ ਗਿਆਨ ਕਾਹੂ ਧਿਆਨ। ਮਹਾਰਾਜ ਕਹਿੰਦੇ ਪਰਿਪੂਰਨ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਰਸ ਜਿਹੜਾ ਸਾਰਿਆਂ ਤੋਂ ਸ੍ਰੇਸ਼ਟ ਹੈ, ਉਸ ਰਸ ਤੋਂ ਖੁੰਝ ਕੇ ਕੋਈ ਜੋਗ ਦੇ ਵਿੱਚ ਮਸਤ ਹੋਇਆ, ਕੋਈ ਜੋਗ ਕਮਾ ਰਿਹਾ ਹੈ। ਗੁਰਬਾਣੀ ਨੇ ਦੋ ਪ੍ਰਕਾਰ ਦਾ ਯੋਗ ਆਖਿਆ ਹੈ। ਮਹਾਰਾਜ ਕਹਿੰਦੇ ਇੱਕ ਤਾਂ ਹੁੰਦਾ ਹੈ ਹਠ ਯੋਗ, ਇੱਕ ਹੁੰਦਾ ਹੈ ਸਹਿਜ ਯੋਗ। ਸਹਿਜ ਯੋਗ ਭਾਵ ਕਿ ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਕਿ ਜਗਤ ਦੇ ਵਿੱਚ ਰਹਿ ਕੇ ਘਰ ਨੂੰ ਹੀ ਜੰਗਲ ਸਮਝਣਾ ਹੈ, ਭਾਵ ਬਿਰਤੀ ਨੂੰ ਉਪਰਾਮ ਰੱਖਣਾ ਹੈ। ਘਰ ਦੇ ਵਿੱਚ ਵਿਚਰਦਿਆਂ ਹੋਇਆਂ ਵੀ ਸੁਰਤ ਜਿਹੜੀ ਹੈ ਸੰਸਾਰ ਤੋਂ ਉੱਚੀ ਰੱਖਣੀ ਹੈ, ਖਚਤ ਨਹੀਂ ਹੋਣਾ, ਉਸ ਨੂੰ ਸਹਿਜ ਯੋਗ ਕਿਹਾ ਜਾਂਦਾ ਹੈ। ਮਹਾਰਾਜ ਕਹਿੰਦੇ ਕੋਈ ਤਾਂ ਯੋਗ ਸਾਧਨਾ ਦੇ ਵਿੱਚ ਲੱਗਿਆ ਹੋਇਆ, ਕਈ ਪ੍ਰਕਾਰ ਦੇ ਆਸਣ ਲਗਾ ਰਿਹਾ ਹੈ, ਕਈ ਪ੍ਰਕਾਰ ਦੇ ਕਰਮ ਕਰ ਰਿਹਾ ਹੈ। ਕੋਈ ਤੇ ਯੋਗ ਦੇ ਵਿੱਚੋਂ ਰਸ ਲੱਭਣ ਦਾ ਯਤਨ ਕਰ ਰਿਹਾ ਹੈ, ਪਰਿਪੂਰਨ ਵਾਹਿਗੁਰੂ ਜੀ ਦੇ ਨਾਮ ਨੂੰ ਭੁਲਾ ਕੇ ਉਸ ਨਾਮ ਤੋਂ ਖੁੰਝ ਕੇ ਯੋਗ ਦੇ ਵਿੱਚੋਂ ਨਾਮ ਲੱਭਣ ਦਾ, ਯੋਗ ਦੇ ਵਿੱਚੋਂ ਰਸ ਲੱਭਣ ਦਾ, ਆਨੰਦ ਲੱਭਣ ਦਾ ਉਹ ਕੋਸ਼ਿਸ਼ ਕਰ ਰਿਹਾ ਹੈ ਕਿ ਮੈਨੂੰ ਇਹਦੇ ਵਿੱਚੋਂ ਸਵਾਦ ਰਸ ਆਨੰਦ ਦੀ ਅਨੁਭੂਤੀ ਹੋ ਜਾਵੇ। ਕਾਹੂ ਭੋਗ, ਕਹਿੰਦੇ ਕੋਈ ਯੋਗ ਸਾਧਨਾ ਤੇ ਕਰ ਰਿਹਾ ਹੈ ਤੇ ਕੋਈ ਕਰ ਰਿਹਾ ਹੈ ਵੀ ਪਦਾਰਥਾਂ ਦੇ ਭੋਗ, ਰਾਜ ਭਾਗ ਆਦਿਕ ਪ੍ਰਾਪਤ ਕਰਕੇ, ਮਹਿਲ ਆਦਿਕ ਪ੍ਰਾਪਤ ਕਰਕੇ ਉਹਨਾਂ ਵਸਤੂਆਂ ਦੇ ਵਿੱਚ ਖਚਤ ਹੋ ਜਾਣਾ, ਉਹਨਾਂ ਵਸਤੂਆਂ ਦੇ ਰਸ ਦੇ ਵਿੱਚ ਆਪਣੇ ਆਪ ਨੂੰ ਗੜੂੰਦ ਕਰ ਦੇਣਾ, ਕਿਤੇ ਸਵਾਰੀਆਂ ਦੇ ਆਨੰਦ ਪ੍ਰਾਪਤ ਕਰਨੇ, ਕਿਤੇ ਸੋਹਣੀਆਂ ਜੋ ਸੇਜਾਂ ਨੇ ਉਹਨਾਂ ਦੇ ਆਨੰਦ ਪ੍ਰਾਪਤ ਕਰਨੇ, ਕਿਤੇ ਕਨਕ ਕਾਮਨੀ ਦੇ ਰਸ ਦੇ ਵਿੱਚ ਉਲਝ ਜਾਣਾ। ਤੋ ਇਹ ਰਸ ਜਿਹੜੇ ਨੇ ਇਹਨਾਂ ਦੇ ਵਿੱਚ ਜੀਵ ਦਾ ਫਸ ਜਾਣਾ ਜਿਹੜਾ ਹੈ, ਮਹਾਰਾਜ ਕਹਿੰਦੇ ਕਾਹੂ ਭੋਗ, ਕੋਈ ਭੋਗਾਂ ਦੇ ਵਿੱਚ ਹੀ ਫਸ ਗਿਆ, ਭੋਗਾਂ ਦੇ ਵਿੱਚ। ਪਾਤਸ਼ਾਹ ਜੀ ਦੀ ਬਾਣੀ ਦਾ ਇੱਕ ਬਚਨ ਹੈ, ਮਹਾਰਾਜ ਕਹਿੰਦੇ ਜਦੋਂ ਰਸ ਦੀ ਆਪਾਂ ਗੱਲ ਕਰਦੇ ਆ ਨਾ ਤੇ ਵੇਖ ਰਸ ਕੈਸੇ ਕੈਸੇ ਨੇ। ਗਰੀਬ ਨਵਾਜ ਕਹਿੰਦੇ ਕਿ ਵੇਖ ਤੈਨੂੰ ਸਿੱਖਾ ਇੱਕ ਗੱਲ ਦੱਸ ਦਈਏ ਵੀ ਜਿਹੜੀ ਵੀ ਚੀਜ਼ ਤੇਰੇ ਸਰੀਰ ਨੂੰ ਖਰਾਬ ਕਰੇ ਉਹਦਾ ਤਿਆਗ ਕਰ ਦੇ। ਜਿਹੜੀ ਚੀਜ਼, ਜਿਹੜੀ ਵਸਤੂ ਤੇਰੇ ਮਨ ਨੂੰ ਖਰਾਬ ਕਰੇ ਉਹਦਾ ਤਿਆਗ ਕਰ ਦੇ। ਜਿਹੜੀ ਤੇਰੇ ਮਨ ਨੂੰ ਭਟਕਾਵੇ,
ਰੱਬ ਤੋਂ ਦੂਰ ਕਰੇ ਉਹਦਾ ਤਿਆਗ ਕਰ ਦੇ, ਚਾਹੇ ਉਹ ਕੁਝ ਵੀ ਹੈ ਉਹਦਾ ਤਿਆਗ ਕਰ ਦੇ। ਤੇਰੇ ਮਨ ਨੂੰ ਪਰਿਪੂਰਨ ਪਰਮਾਤਮਾ ਵਾਹਿਗੁਰੂ ਦੇ ਨਾਲ ਜੁੜਨ ਤੋਂ ਰੋਕੇ। ਪਾਤਸ਼ਾਹ ਕਹਿੰਦੇ ਕਿ ਉਹ ਚੀਜ਼ਾਂ ਜਿਹੜੀਆਂ ਨੇ ਉਹ ਇਸ ਤਰ੍ਹਾਂ ਨੇ ਵੀ ਜਿਵੇਂ ਤੇਰੇ ਵਾਸਤੇ ਜ਼ਹਿਰ ਹੁੰਦਾ ਹੈ, ਜ਼ਹਿਰ ਉਹਨਾਂ ਦਾ ਤਿਆਗ ਕਰ ਦੇ। ਭਾਵ ਕਿ ਮਨ ਦੇ ਵਿੱਚੋਂ ਉਪਰਾਮਤਾ ਲੈ ਆਵੀਂ ਉਹਨਾਂ ਦੇ ਵਾਸਤੇ। ਤਾਂ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਬਚਨ ਹੈ। ਹਜ਼ੂਰ ਕਹਿੰਦੇ ਨੇ ਨਾ, ਸਤਿਗੁਰੂ ਜੀ ਕਹਿੰਦੇ ਕਿ ਵੇਖ ਇਤਨੇ ਕ ਰਸ ਨੇ ਜੀਵਨ ਦੇ ਵਿੱਚ, ਰਸ ਮੀਠਾ ਰਸ ਮਾਸ, ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਰਸ ਕਿਸ ਤਰ੍ਹਾਂ ਦੇ ਜੀਵਨ ਆਉਂਦੇ ਨੇ? ਮਹਾਰਾਜ ਕਹਿੰਦੇ ਭੋਜਨ ਦੇ ਵਿੱਚੋਂ ਵੀ ਰਸ ਲੱਭਦਾ ਹੈ, ਭੋਜਨ ਦੇ ਵਿੱਚੋਂ ਰਸ ਲੱਭਿਆ, ਇਹ ਮਿੱਠੇ ਦੇ ਵਿੱਚੋਂ ਰਸ ਲੱਭਦਾ ਰਿਹਾ। ਕੁਛ ਜਿਹੜੇ ਮਾंस ਖਾਣ ਵਾਲੇ ਲੋਕ ਉਹ ਮਾंस ਦੇ ਵਿੱਚੋਂ ਰਸ ਲੱਭਦੇ ਰਹੇ। ਮਹਾਰਾਜ ਕਹਿੰਦੇ ਐਨੇ ਰਸ ਤੇ ਸਰੀਰ ਦੇ ਵਿੱਚ ਭਰੀ ਫਿਰਦਾ, ਐਨੇ ਰਸਾਂ ਨੂੰ ਭੋਗਣ ਵਾਲਿਆ, ਉਹ ਤੇਰੇ ਹਿਰਦੇ ਦੇ ਵਿੱਚ ਕਿੱਥੇ ਪਰਿਪੂਰਨ ਵਾਹਿਗੁਰੂ ਜੀ ਦਾ ਨਾਮ ਵਸੇਗਾ? ਪਹਿਲਾਂ ਇਹਨਾਂ ਰਸਾਂ ਨੂੰ ਪਾਸੇ ਕਰ ਤੇ ਵਾਹਿਗੁਰੂ ਜੀ ਦੇ ਨਾਮ ਦੇ ਰਸ ਦੇ ਵਿੱਚ ਤਾਂ ਹੀ ਜੁੜੇਗਾ ਨਾ। ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਦੱਸ ਕਹਿੰਦੇ ਕਿੱਥੇ ਨਾਮ ਦਾ ਨਿਵਾਸ ਹੋਵੇਗਾ ਨਾ? ਫਿਰ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਨਾਮ ਕਿੱਥੇ ਵਸੇਗਾ? ਤਾਂ ਪਾਤਸ਼ਾਹ ਕਹਿੰਦੇ ਕਾਹੂ ਭੋਗ, ਕੋਈ ਭੋਗਾਂ ਦੇ ਵਿੱਚ ਹੀ ਫਸਿਆ ਹੈ ਵੀ ਦੁਨਿਆਵੀ ਭੋਗ ਮੈਂ ਭੋਗ ਲਵਾਂ, ਦੁਨਿਆਵੀ ਪਦਾਰਥਾਂ ਨੂੰ ਭੋਗ ਲਵਾਂ। ਕਾਹੂ ਗਿਆਨ, ਕੋਈ ਇਹ ਚਾਹ ਰਿਹਾ ਹੈ ਕਿ ਗਿਆਨ ਦੇ ਨਾਲ ਅਨੇਕਾਂ ਤਰ੍ਹਾਂ ਦਾ ਗਿਆਨ ਮੈਨੂੰ ਹੋ ਜਾਵੇ ਤੇ ਉਸ ਗਿਆਨ ਦੇ ਨਾਲ ਕਹਿੰਦੇ ਕਿ ਮੈਂ ਕਿਸੇ ਰਸ ਨੂੰ, ਕਿਸੇ ਆਨੰਦ ਨੂੰ ਪ੍ਰਾਪਤ ਹੋ ਜਾਵਾਂ। ਉਹ ਗਿਆਨ ਦੇ ਵਿੱਚੋਂ ਹੀ ਆਨੰਦ ਦੀ ਅਨੁਭੂਤੀ ਚਾਹੁੰਦਾ ਹੈ। ਕਾਹੂ ਧਿਆਨ, ਤੇ ਕੋਈ ਕਹਿੰਦੇ ਧਿਆਨ ਦੇ ਵਿੱਚ ਜੁੜ ਕੇ ਬੈਠਾ, ਸਮਾਧੀ ਆਦਿਕ ਲਾ ਕੇ ਬੈਠਾ। ਕੋਈ ਧਿਆਨ ਦੇ ਵਿੱਚ ਬੈਠਾ ਹੈ, ਧਿਆਨ ਜੋੜ ਕੇ ਬੈਠਾ ਹੋਇਆ ਤੇ ਉਸ ਧਿਆਨ ਦੇ ਵਿੱਚੋਂ ਹੀ ਉਹ ਰਸ ਲੱਭਣ ਦਾ ਯਤਨ ਕਰ ਰਿਹਾ ਹੈ, ਉਸ ਦੇ ਵਿੱਚੋਂ ਹੀ ਉਹ ਆਪਣੇ ਆਨੰਦ ਨੂੰ ਅਨੁਭਵ ਕਰਨ ਦਾ ਯਤਨ ਕਰ ਰਿਹਾ ਹੈ। ਮਹਾਰਾਜ ਕਹਿੰਦੇ ਜੇ ਵਾਹਿਗੁਰੂ ਜੀ ਦੇ ਨਾਮ ਤੋਂ ਖੁੰਝਿਆ ਹੋਇਆ ਹੈ ਤੇ ਚਾਹੇ ਉਹ ਯੋਗ ਕਰ ਰਿਹਾ ਹੈ, ਚਾਹੇ ਪਦਾਰਥਾਂ ਨੂੰ ਭੋਗ ਰਿਹਾ ਹੈ, ਚਾਹੇ ਕਿਸੇ ਗਿਆਨ ਨੂੰ ਹਾਸਲ ਕਰਨ ਦਾ ਯਤਨ ਕਰ ਰਿਹਾ ਹੈ, ਚਾਹੇ ਕੋਈ ਧਿਆਨ ਵੀ ਲਗਾ ਰਿਹਾ ਹੈ, ਜੇ ਪ੍ਰਮਾਤਮਾ ਦੇ ਨਾਮ ਤੋਂ ਖੁੰਝ ਗਿਆ ਤੇ ਇਹ ਚੀਜ਼ਾਂ ਨੇ ਕਿੱਥੋਂ ਰਸ ਦੇਣਾ ਹੈ? ਇਹਨਾਂ ਚੀਜ਼ਾਂ ਚੋਂ ਕਿੱਥੋਂ ਰਸ ਆਵੇਗਾ? ਕਾਹੂ ਹੋ ਡੰਡ ਧਰ ਹੋ, ਕਹਿੰਦੇ ਕੋਈ ਡੰਡਾ ਧਾਰੀ ਸੰਨਿਆਸੀ ਬਣ ਕੇ ਹੀ ਰਸ ਪ੍ਰਾਪਤ ਕਰਨ ਦੀ ਯੁਕਤੀ ਦੇ ਵਿੱਚ ਲੱਗਿਆ ਹੋਇਆ। ਦੰਡ ਧਾਰੀ ਸੰਨਿਆਸੀ ਜਿਨ੍ਹਾਂ ਨੂੰ ਸਾਧ ਸੰਗਤ ਡੰਡੀ ਸਵਾਮੀ ਆਦਿਕ ਆਖਿਆ ਜਾਂਦਾ ਹੈ, ਤਾਂ ਇੱਕ ਐਸੇ ਹੀ ਮਹਾਂਪੁਰਖ ਵੀ ਹੋਏ ਜਿਨ੍ਹਾਂ ਨੂੰ ਸਾਧ ਸੰਗਤ ਪਹਿਲਾਂ ਉਹ ਸੰਨਿਆਸੀ ਸਨ, ਪਰੰਤੂ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹੀ, ਸਤਿਗੁਰੂ ਜੀ ਦੀ ਬਾਣੀ ਪੜ੍ਹੀ, ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਧਰਮ ਦਾ, ਸਿੱਖ ਧਰਮ ਦਾ ਉਹਨਾਂ ਮੁਤਾਲਿਆ ਕੀਤਾ। ਜਦੋਂ ਬਾਣੀ ਪੜ੍ਹੀ ਔਰ ਇਸ ਧਰਮ ਨੂੰ ਵਿਚਾਰਿਆ, ਇਹਦੇ ਸ਼ੁਭ ਗੁਣਾਂ ਦੇ ਬਾਰੇ ਉਹਨਾਂ ਨੂੰ ਪਤਾ ਲੱਗਿਆ ਤੇ ਸਾਧ ਸੰਗਤ ਉਹਨਾਂ ਨੇ 2 ਕਿਤਾਬਾਂ ਲਿਖੀਆਂ। ਇੱਕ ਕਿਤਾਬ ਸੀ ਵੀ ਸਰਵ ਗ੍ਰੰਥੋਂ ਮੇਂ, ਸਰਬ ਧਰਮ ਗ੍ਰੰਥੋਂ ਮੇਂ श्रेष्ठ ਧੰਨ ਗੁਰੂ ਗ੍ਰੰਥ ਸਾਹਿਬ ਜੀ। ਉਹ ਦੰਡੀ ਸੰਨਿਆਸੀ ਸਨ, ਪਰੰਤੂ ਉਹਨਾਂ ਨੇ ਵੇਖੋ ਜਦੋਂ ਧਰਮ ਗ੍ਰੰਥਾਂ ਦੇ ਬਾਰੇ ਕਿਤਾਬ ਲਿਖੀ ਤੇ ਉਹਨਾਂ ਨੇ ਇਹ ਗੱਲ ਲਿਖੀ ਵੀ ਸਰਬ ਧਰਮ ਗ੍ਰੰਥੋਂ ਮੇਂ श्रेष्ठ ਧੰਨ ਗੁਰੂ ਗ੍ਰੰਥ ਸਾਹਿਬ ਜੀ। ਔਰ ਫਿਰ ਉਹਨਾਂ ਨੇ ਧਰਮਾਂ ਦੇ ਬਾਰੇ ਜਦੋਂ ਕਿਤਾਬ ਲਿਖੀ ਤੇ ਉਹਦੇ ਬਾਰੇ ਲਿਖਿਆ ਕਿ ਸਰਬ ਧਰਮੋਂ ਮੇਂ श्रेष्ठ ਖਾਲਸਾ ਪੰਥ। ਤੋ ਉਹਨਾਂ ਨੇ ਸਾਧ ਸੰਗਤ ਵੇਖੋ ਆਪਣੇ ਜੀਵਨ ਦੇ ਵਿੱਚ ਬਾਕੀ ਸਾਰੇ ਕਰਮ ਧਰਮ ਕਰਕੇ ਵੇਖੇ, ਗਿਆਨ ਧਿਆਨ ਲਾ ਕੇ ਵੇਖੇ, ਗਿਆਨ ਆਦਿ ਇਕੱਠਾ ਕਰਕੇ ਵੇਖਿਆ, ਅਤਿਅੰਤ ਪੁਸਤਕਾਂ ਦਾ ਉਹਨਾਂ ਮੁਤਾਲਿਆ ਕਰਕੇ ਵੇਖਿਆ, ਪਰੰਤੂ ਜਦ ਨਿਚੋੜ ਕੱਢਿਆ ਤੇ ਉਹਨਾਂ ਨੇ ਇਹੋ ਹੀ ਗੱਲ ਆਖੀ ਕਿ ਸਾਰਿਆਂ ਤੋਂ श्रेष्ठ ਜੇ ਕੋਈ ਹੈ ਤੇ ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ। ਤੋ ਸਤਿਗੁਰੂ ਜੀ ਕਹਿੰਦੇ ਕਿ ਕਈ ਸਿਰਫ ਦੰਡਧਾਰੀ ਸੰਨਿਆਸੀ ਬਣਨ ਦੇ ਵਿੱਚ ਹੀ ਆਨੰਦ ਦੀ ਅਨੁਭੂਤੀ ਲੱਭਦੇ ਨੇ ਤੇ ਕਈ ਦੰਡਾਂ ਦੇ ਵਿੱਚ ਫਸੇ ਹੋਏ, ਜਿਵੇਂ ਲੋਕ ਦੰਡ ਹੋ ਗਿਆ, ਰਾਜ ਦੰਡ ਹੋ ਗਿਆ, ਪਿਤਰ ਦੰਡ ਹੋ ਗਿਆ, ਕਈ ਨਾ ਦੰਡਾਂ ਦੇ ਵਿੱਚ ਫਸੇ ਪਏ ਨੇ। ਕਾਹੂ ਜਾਪ ਕਾਹੂ ਤਾਪ, ਕਾਹੂ ਪੂਜਾ ਹੋਮ ਨੇਮ। ਕੋਈ ਜਾਪ ਕਰ ਰਿਹਾ ਵਾਹਿਗੁਰੂ ਜੀ ਦੇ ਨਾਮ ਨੂੰ ਭੁਲਾ ਕੇ ਦੇਵਤਿਆਂ ਨੂੰ ਵਸ ਕਰਨ ਦੇ ਵਾਸਤੇ ਜਾਪ ਕਰਨ ਲੱਗਿਆ ਹੋਇਆ, ਦੇਵੀ ਦੇਵਤਿਆਂ ਨੂੰ ਵਸ ਕਰਨ ਵਾਸਤੇ ਮੰਤਰ ਜਾਪ ਕਰਨ ਲੱਗਿਆ ਹੋਇਆ। ਤਕਰੀਬਨ ਕਿਹਾ ਜਾਂਦਾ ਹੈ ਨਾ, ਸੁਣਨ ਦੇ ਵਿੱਚ ਆਪਾਂ ਨੂੰ ਆਉਂਦਾ ਹੈ ਵੀ ਜੇ ਫਲਾਣੇ ਮੰਤਰ ਦਾ ਇੰਨਾ ਜਾਪ ਕਰ ਲਿਆ ਜਾਵੇ ਤੇ ਉਹ ਦੇਵਤਾ ਵਸ ਵਿੱਚ ਹੋ ਜਾਂਦਾ ਹੈ ਜਾਂ ਉਹ ਦੇਵੀ ਵਸ ਦੇ ਵਿੱਚ ਹੋ ਜਾਂਦੀ, ਜਿਹਨੂੰ ਲੋਕ ਕਹਿੰਦੇ ਵੀ ਸਿੱਧ ਹੋ ਜਾਂਦੀ ਹੈ।
ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਕੋਈ ਵਾਹਿਗੁਰੂ ਦੇ ਨਾਮ ਨੂੰ ਭੁਲਾ ਕੇ ਨਾ ਤੇ ਐਸੇ ਜਾਪ ਦੇ ਵਿੱਚ ਫਸਿਆ ਹੋਇਆ ਹੈ। ਉਹ ਮੰਤਰ ਜਾਪ ਕਰ ਰਿਹਾ ਦੇਵੀ ਦੇਵਤਿਆਂ ਨੂੰ ਵਸ ਕਰਨ ਦੇ ਵਾਸਤੇ, ਉਹ ਦੇਵੀ ਦੇਵਤਿਆਂ ਨੂੰ ਵਸ ਕਰਨ ਦੇ ਵਾਸਤੇ ਮੰਤਰਾਂ ਦੇ ਜਾਪ ਕਰਨ ਦੇ ਵਿੱਚ ਲੱਗਿਆ ਹੋਇਆ, ਇਹਦੇ ਵਿੱਚੋਂ ਰਸ ਲੱਭੀ ਜਾਂਦਾ। ਕਾਹੂ ਤਾਪ, ਕਹਿੰਦੇ ਕੋਈ ਤਾਪ ਕਰਨ ਲੱਗਿਆ ਹੋਇਆ। ਤਾਪ ਤੋਂ ਭਾਵ ਤਪੱਸਿਆ, ਅਨੇਕਾਂ ਤਰ੍ਹਾਂ ਦੇ ਤਪੱਸਿਆ ਦੇ ਰੂਪ ਨੇ, ਪਰੰਤੂ ਤਾਪ ਤੋਂ ਭਾਵ ਲਿਆ ਜਾਂਦਾ ਹੈ ਕਿ ਜਿਵੇਂ ਚਾਰੇ ਪਾਸੇ ਧੂਣੀਆਂ ਬਾਣ ਕੇ ਬੈਠ ਜਾਣਾ, ਅੱਗ ਦੀਆਂ ਧੂਣੀਆਂ ਬਾਲ ਲੈਣੀਆਂ, ਔਰ ਅੱਗ ਦੀਆਂ ਧੂਣੀਆਂ ਬਾਲ ਕੇ ਉਸ ਬਲਦੀ ਹੋਈ ਅੱਗ ਦੇ ਵਿਚਾਲੇ ਬੈਠ ਜਾਣਾ। ਉਸ ਨੂੰ ਧੂਣੀਆਂ ਤਾਪਣੀਆਂ ਵੀ ਕਿਹਾ ਜਾਂਦੀਆਂ ਤੇ ਉਸ ਨੂੰ ਤਾਪ ਕਰਨਾ ਵੀ ਕਿਹਾ ਜਾਂਦਾ ਹੈ। ਤਾਪ ਕਰਨਾ ਜਾਂ ਤਪ ਕਰਨਾ ਵੀ ਕਿਹਾ ਜਾਂਦਾ ਹੈ। ਮਹਾਰਾਜ ਕਹਿੰਦੇ ਕਈ ਹੁਣ ਐਸੇ ਵੀ ਨੇ ਜਿਹੜੇ ਕਿ ਵਾਹਿਗੁਰੂ ਦੇ ਨਾਮ ਨੂੰ ਭੁਲਾ ਕੇ ਸਿਰਫ ਮੰਤਰ ਆਦਿਕ ਸਿੱਧ ਕਰਨ ਦੇ ਵਾਸਤੇ ਉਹਨਾਂ ਤਪਾਂ ਦੇ ਵਿੱਚ ਲੱਗੇ ਹੋਏ ਨੇ। ਉਹ ਤਪੱਸਿਆ ਆਦਿਕ ਕਹਿ ਕੇ ਉਹਨਾਂ ਧੂਣੀਆਂ ਨੂੰ ਤਾਪਣ ਵਾਸਤੇ ਲੱਗੇ ਹੋਏ ਨੇ। ਕਾਹੂ ਜਾਪ, ਕਾਹੂ ਤਾਪ, ਕਾਹੂ ਪੂਜਾ ਹੋਮ ਨੇਮ, ਕੋਈ ਕਿਸੇ ਪ੍ਰਕਾਰ ਦੀ ਪੂਜਾ ਕਰਨ ਦੇ ਵਿੱਚ ਲੱਗਿਆ ਹੋਇਆ ਹੈ। ਅਨੇਕਾਂ ਪ੍ਰਕਾਰ ਦੀ ਪੂਜਾ ਲੋਕ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਪੂਜਾ ਇੱਕੋ ਹੀ ਹੈ, ਇੱਕ ਤੋਂ ਬਗੈਰ ਹੋਰ ਪੂਜਾ ਕੋਈ ਨਹੀਂ। ਪੁੱਛਿਆ ਮਹਾਰਾਜ ਕਿਹੜੀ ਪੂਜਾ ਹੈ? ਸਤਿਗੁਰੂ ਕਹਿੰਦੇ ਉਹ ਪੂਜਾ ਨਾਮ ਹੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਸਾਧ ਸੰਗਤ ਆਪਾਂ ਜਦੋਂ ਬਾਣੀ ਪੜਾਂਗੇ ਨਾ, ਸਾਰਿਆਂ ਤੋਂ ਵੱਧ ਜੇ ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਕੋਈ ਗੱਲ ਮਹਾਰਾਜ ਕਰਨਗੇ ਤੇ ਉਹ ਪਰਿਪੂਰਨ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੀ ਕਰਨਗੇ। ਤੇ ਉਸ ਤੋਂ ਬਾਅਦ ਜੇ ਕੋਈ ਗੱਲ ਹੋਵੇਗੀ ਤੇ ਉਹ ਮੌਤ ਦੀ ਹੋਵੇਗੀ, ਮੌਤ ਦੀ। ਕਿਉਂਕਿ ਜਦੋਂ ਵੀ ਅਸੀਂ ਕਿਤੇ ਮੌਤ ਨੂੰ ਵੇਖਦੇ ਹਾਂ ਤੇ ਸਾਨੂੰ ਵਾਹਿਗੁਰੂ ਜੀ ਦਾ ਨਾਮ ਉਸੇ ਵੇਲੇ ਚੇਤਾ ਆਉਂਦਾ ਹੈ। ਤਾਂ ਮਹਾਰਾਜ ਜੀ ਜਦੋਂ ਵੀ ਗੱਲ ਕਰਦੇ ਨੇ ਨਾਮ ਦੀ ਗੱਲ ਕਰਦੇ ਨੇ। ਹਜ਼ੂਰ ਕਹਿੰਦੇ ਪੂਜਾ ਕੀ ਹੈ? ਸਤਿਗੁਰੂ ਕਹਿੰਦੇ ਪੂਜਾ ਕੀਚੈ ਨਾਮ ਤੇ ਆਈਐ, ਬਿਨ ਨਾਮੈ ਪੂਜ ਨਾ ਹੋਏ। ਕਹਿੰਦੇ ਕਿ ਜੇ ਪੂਜਾ ਕਰਨੀ ਹੈ ਤੇ ਵਾਹਿਗੁਰੂ ਜੀ ਦੇ ਨਾਮ ਦੀ ਵੀ, ਉਹਦਾ ਨਾਮ ਜਪਣਾ ਇਹੋ ਹੀ ਅਸਲੀ ਪੂਜਾ ਹੈ। ਉਸ ਤੋਂ ਬਗੈਰ ਹੋਰ ਕੋਈ ਪੂਜਾ ਨਹੀਂ ਹੈ। ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੈ ਪੂਜ ਨਾ ਹੋਏ। ਕਹਿੰਦੇ ਕੋਈ ਦੁਨਿਆਵੀ ਪੂਜਾ ਦੇ ਵਿੱਚ ਫਸਿਆ ਹੋਇਆ ਤੇ ਕੋਈ ਹੋਮ ਕਰ ਰਿਹਾ ਹੈ, ਜਿਵੇਂ ਕਿ ਅਨੇਕਾਂ ਪ੍ਰਕਾਰ ਦੇ ਹਵਨ ਕੀਤੇ ਜਾਂਦੇ ਨੇ। ਮਹਾਰਾਜ ਕਹਿੰਦੇ ਕੋਈ ਹਵਨ ਕਰਕੇ ਉਹਦੇ ਵਿੱਚੋਂ ਰਸ ਲੱਭ ਰਿਹਾ ਹੈ। ਕੋਈ ਕਿਸੇ ਨੇਮ ਨੂੰ ਧਾਰਨ ਕਰੀ ਬੈਠਾ ਹੈ, ਜਿਵੇਂ ਤੀਰਥਾਂ ਤੇ ਇਸ਼ਨਾਨ ਕਰਨ ਦਾ ਨੇਮ। ਕਿਸੇ ਨੇ ਆਖਿਆ ਮੈਂ ਇੰਨੀ ਵਾਰ ਇਸ ਤੀਰਥ ਤੇ ਜਾਵਾਂਗਾ, ਇੰਨੀ ਵਾਰ ਇਸ ਤੀਰਥ ਦਾ ਭਰਮਣ ਕਰਾਂਗਾ। ਤਾਂ ਕਈ ਉਸ ਨੇਮ ਨੂੰ ਧਾਰਨ ਕਰਕੇ ਬੈਠੇ ਹੋਏ ਨੇ। ਕਾਹੂ ਹੋ ਗਾਉਨ ਕਰ ਹੋ, ਤੇ ਕੋਈ ਕਹਿੰਦੇ ਕੋਈ ਸਾਰੀ ਧਰਤੀ ਦੇ ਉੱਪਰ ਭਰਮਣ ਕਰਨ ਨੂੰ ਹੀ ਰੱਬ ਦੀ ਪ੍ਰਾਪਤੀ ਸਮਝ ਰਿਹਾ ਹੈ, ਵੀ ਸ਼ਾਇਦ ਇਹਦੇ ਨਾਲ ਹੀ ਪਰਿਪੂਰਨ ਪ੍ਰਮਾਤਮਾ ਵਾਹਿਗੁਰੂ ਜੀ ਪ੍ਰਾਪਤ ਹੋ ਜਾਣੇ ਨੇ। ਵੀ ਧਰਤੀ ਦਾ ਭਰਮਣ ਕਰ ਲਈਏ, ਇੱਧਰ ਉੱਧਰ ਧਰਤੀ ਦੇ ਉੱਤੇ ਫਿਰ ਲਈਏ, ਇਹਦੇ ਨਾਲ ਹੀ ਵਾਹਿਗੁਰੂ ਜੀ ਦੀ ਪ੍ਰਾਪਤੀ ਹੈ, ਪ੍ਰਮਾਤਮਾ ਦੀ ਪ੍ਰਾਪਤੀ ਹੈ, ਰੱਬ ਇਦਾਂ ਹੀ ਮਿਲਦਾ। ਮਹਾਰਾਜ ਕਹਿੰਦੇ ਉਹ ਧਰਤੀ ਤੇ ਭਰਮਦੇ ਫਿਰਦੇ ਨੇ। ਕਾਹੂ ਹੋ ਗਾਉਨ ਕਰ ਹੋ, ਗਾਉਣ ਦਾ ਮਤਲਬ ਭਰਮਣਾ, ਗਾਉਣ ਦਾ ਮਤਲਬ ਕਿ ਚੱਕਰ ਲਗਾਉਣੇ ਜਾਂ ਘੁੰਮੀ ਜਾਣਾ। ਤੋ ਇਸ ਤਰ੍ਹਾਂ ਧਰਤੀ ਦੇ ਉੱਪਰ ਬਹੁਤ ਸਾਰੇ ਲੋਕ ਇਸ ਕਰਕੇ ਘੁੰਮੇ ਜਾ ਰਹੇ ਨੇ ਵੀ ਸ਼ਾਇਦ ਇਦਾਂ ਰੱਬ ਮਿਲਦਾ ਹੈ। ਕਾਹੂ ਤੀਰ, ਕਾਹੂ ਨੀਰ, ਕਾਹੂ ਬੇਦ ਵਿਚਾਰ। ਕਹਿੰਦੇ ਕਿਸੇ ਨੇ ਕਿਸੇ ਨਦੀ ਦੇ ਕਿਨਾਰੇ ਦੇ ਉੱਪਰ ਬੈਠਣਾ ਹੀ ਪ੍ਰਮਾਤਮਾ ਦੀ ਪ੍ਰਾਪਤੀ ਦਾ ਰਸ ਮੰਨ ਲਿਆ, ਵੀ ਕਿਸੇ ਨਦੀ ਦੇ ਕਿਨਾਰੇ ਤੇ ਜਾ ਕੇ ਬੈਠ ਜਾਓ। ਬੜੇ ਲੋਕ ਨੇ ਜਿਹੜੇ ਨਦੀਆਂ ਦੇ ਕਿਨਾਰਿਆਂ ਤੇ ਜਾ ਕੇ ਤੇ ਅਨੇਕਾਂ ਪ੍ਰਕਾਰ ਦੀ ਸਿੱਧੀ ਪ੍ਰਾਪਤ ਕਰਨ ਦਾ ਯਤਨ ਕਰਦੇ ਨੇ। ਨਦੀਆਂ ਦੇ ਕਿਨਾਰਿਆਂ ਦੇ ਉੱਪਰ ਬੈਠੇ ਰਹਿੰਦੇ ਨੇ। ਤੇ ਸਾਧ ਸੰਗਤ ਨਦੀਆਂ ਦੇ ਕਿਨਾਰਿਆਂ ਤੇ ਜਾ ਕੇ ਵੀ ਰੱਬ ਨਹੀਂ ਮਿਲਦਾ, ਪ੍ਰਮਾਤਮਾ ਨਹੀਂ ਮਿਲਦਾ। ਭਾਵੇਂ ਕਿਸੇ ਦਰਿਆ ਦੇ ਕਿਨਾਰੇ ਬੈਠੇ ਰਹੋ, ਚਾਹੇ ਕਿਸੇ ਨਦੀ ਦੇ ਕਿਨਾਰੇ ਬੈਠੇ ਰਹੋ। ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਬਚਨ ਕੀ ਹੈ? ਸਤਿਗੁਰੂ ਜੀ ਕਹਿੰਦੇ ਜਦੋਂ ਅੰਦਰਲਾ ਮਨ ਪਵਿੱਤਰ ਹੋ ਜਾਂਦਾ ਹੈ ਨਾ, ਉਹ ਫੇਰ ਤਾਂ ਸਮਝ ਲੈ ਵੀ ਇਹ ਨਦੀਆਂ, ਇਹ ਤੀਰਥ ਜਿਹੜੇ ਨੇ ਜੀਵ ਦੇ ਮਗਰ ਮਗਰ ਘੁੰਮਦੇ ਨੇ। ਮਹਾਰਾਜ ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ ਨਾ, ਉਹ ਕਹਿੰਦੇ ਕਬੀਰ ਗੰਗਾ ਤੀਰ ਜੋ ਘਰ ਕਰੈ, ਪੀਵਹਿ ਨਿਰਮਲ ਨੀਰ। ਕਹਿੰਦੇ ਗੰਗਾ ਦੇ ਕਿਨਾਰੇ ਦੇ ਉੱਪਰ ਘਰ ਬਣਾ ਕੇ ਬੈਠ ਗਿਆ, ਗੰਗਾ ਦਾ ਨਿਰਮਲ ਪਾਣੀ ਵੀ ਪੀਣ ਲੱਗ ਪਿਆ। ਗੰਗਾ ਪੀਵਹਿ ਨਿਰਮਲ ਨੀਰ, ਗੰਗਾ ਦਾ ਉਹ ਨਿਰਮਲ ਪਾਣੀ ਪੀਣ ਲੱਗ ਪਿਆ। ਬਿਨ ਹਰ ਭਜੇ ਨਾ ਮੁਕਤ ਹੋਏ, ਇਉਂ ਕਹਿ ਰਮੈ ਕਬੀਰ। ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ। ਪਾਛੈ ਲਾਗੋ ਹਰ ਫਿਰੈ,
ਕਹਿਤ ਕਬੀਰ ਕਬੀਰ। ਫਿਰ ਉਹਨਾਂ ਦਰਿਆਵਾਂ ਦੇ ਕੰਢਿਆਂ ਤੇ ਬਹਿਣ ਦੀ ਜ਼ਰੂਰਤ ਨਹੀਂ ਪੈਂਦੀ। ਪਾਤਸ਼ਾਹ ਕਹਿੰਦੇ ਪਰ ਕਈ ਲੋਕ ਬੈਠਦੇ ਨੇ ਕਾਹੂ ਤੀਰ, ਕਈ ਨਦੀਆਂ ਦੇ ਦਰਿਆਵਾਂ ਦੇ ਕੰਢਿਆਂ ਤੇ ਬੈਠੇ। ਕਾਹੂ ਨੀਰ, ਕਿਸੇ ਨੇ ਤੀਰਥ ਇਸ਼ਨਾਨ ਕਰਨ ਨੂੰ ਹੀ ਰਸ ਮੰਨਿਆ, ਉਹ ਤੀਰਥਾਂ ਦਾ ਇਸ਼ਨਾਨ ਹੀ ਕਰੀ ਗਿਆ। ਸੋ ਤੀਰਥਾਂ ਦੇ ਉੱਪਰ ਇਸ਼ਨਾਨ ਕਰਨ ਦੀ ਗੱਲ ਸਾਧ ਸੰਗਤ ਜਦੋਂ ਆਪਾਂ ਕਰਦੇ ਆ ਨਾ, ਤੇ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਘਰ ਭਾਵ ਗੁਰੂ ਅੰਗਦ ਸਾਹਿਬ ਜੀਆਂ ਦੀ ਚਰਨ ਸ਼ਰਨ ਦੇ ਵਿੱਚ ਉਹ ਨਹੀਂ ਸੀ ਆਏ, ਉਸ ਤੋਂ ਪਹਿਲਾਂ ਉਹਨਾਂ ਨੇ ਵੀ ਆਪਣੇ ਜੀਵਨ ਦੇ ਵਿੱਚ ਬੜੀ ਵਾਰ ਤੀਰਥਾਂ ਦਾ ਇਸ਼ਨਾਨ ਕੀਤਾ, ਭਰਮਣ ਕੀਤਾ। ਤਕਰੀਬਨ 20-21 ਸਾਲ ਦਾ ਜ਼ਿਕਰ ਉਹਨਾਂ ਦੇ ਜੀਵਨ ਦੇ ਵਿੱਚ ਆਉਂਦਾ ਹੈ ਕਿ ਜਦੋਂ ਉਹ ਬਾਰ-ਬਾਰ ਤੀਰਥਾਂ ਦੇ ਇਸ਼ਨਾਨ ਵਾਸਤੇ ਗੰਗਾ ਜੀ ਦੇ ਉੱਪਰ ਗਏ। ਪਰੰਤੂ ਜਦੋਂ ਉਹਨਾਂ ਨੂੰ ਪ੍ਰਾਪਤੀ ਹੋ ਗਈ ਪਰਿਪੂਰਨ ਪਰਮਾਤਮਾ ਨਿਰੰਕਾਰ ਵਾਹਿਗੁਰੂ ਜੀ ਦੀ ਮਿਹਰ ਹੋ ਗਈ, ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੇ ਨਾਲ ਗੁਰੂ ਅੰਗਦ ਸਾਹਿਬ ਜੀ ਦੀਆਂ ਖੁਸ਼ੀਆਂ ਮਿਲੀਆਂ ਔਰ ਸੇਵਾ ਨੂੰ ਭਾਗ ਲੱਗਾ ਔਰ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਤਖਤ ਪ੍ਰਾਪਤ ਹੋਇਆ ਤੇ ਗੁਰੂ ਅਮਰਦਾਸ ਸਾਹਿਬ ਜੀ ਬਣ ਗਏ। ਤੇ ਸਾਧ ਸੰਗਤ ਫਿਰ ਸਤਿਗੁਰਾਂ ਨੇ ਆਖਿਆ ਕਿ ਭਾਈ ਇਹ ਜਿਹੜੇ ਤੀਰਥਾਂ ਦਾ ਇਸ਼ਨਾਨ ਹੈ ਇਹ ਜੀਵ ਨੂੰ ਆਤਮਿਕ ਸੁਖ ਤੋਂ ਵਿਰਵਿਆਂ ਰੱਖਦਾ ਹੈ। ਤੋ ਪਾਤਸ਼ਾਹ ਕਹਿੰਦੇ ਕਾਹੂ ਤੀਰ ਕਾਹੂ ਨੀਰ, ਕੋਈ ਦਰਿਆਵਾਂ ਦੇ ਕੰਢਿਆਂ ਤੇ ਬੈਠਾ, ਕਿਸੇ ਨੇ ਤੀਰਥ ਇਸ਼ਨਾਨ ਕਰਨ ਨੂੰ ਹੀ ਸਾਰੇ ਪ੍ਰਕਾਰ ਦੀ ਸਿੱਧੀ ਮੰਨ ਲਿਆ, ਕਿਸੇ ਨੇ ਉਹਦੇ ਵਿੱਚੋਂ ਰਸ ਪ੍ਰਾਪਤ ਕਰਨ ਦਾ ਯਤਨ ਕੀਤਾ। ਕਾਹੂ ਵੇਦ ਵਿਚਾਰ, ਕੋਈ ਵੇਦਾਂ ਦੀ ਵਿਚਾਰ ਕਰਦਾ, ਕਿਸੇ ਕਈ ਪ੍ਰਕਾਰ ਦੇ ਵੇਦ ਜਿਹੜੇ ਨੇ 4 ਪ੍ਰਕਾਰ ਦੇ ਵੇਦ, ਉਹਨਾਂ 4 ਪ੍ਰਕਾਰ ਦੇ ਵੇਦਾਂ ਦੀ ਵਿਚਾਰ ਕਰਨੀ ਜਿਹੜੀ ਉਹਦੇ ਵਿੱਚੋਂ ਰਸ ਲੱਭਦੇ ਨੇ ਲੋਕ ਉਹਦੇ ਵਿੱਚੋਂ। ਪੁਰਾਤਨ ਸਮਿਆਂ ਦੇ ਵਿੱਚ ਬੜੇ ਬੜੇ ਵਿਦਵਾਨ ਵਿਚਾਰ ਹੀ ਕਰਨ ਦੇ ਵਿੱਚ ਮਸ਼ਹੂਰ ਹੁੰਦੇ ਸਨ ਵੀ ਇਹ ਬਹੁਤ ਤਕੜੇ ਵਿਦਵਾਨ ਨੇ ਔਰ ਉਹਨਾਂ ਦੇ ਨਾਲ ਜਿਹੜਾ ਚਰਚਾ ਕਰੇ ਉਸ ਨੂੰ ਬੜਾ ਸਿੱਧ ਪੁਰਸ਼ ਮੰਨਿਆ ਜਾਂਦਾ ਸੀ ਵੀ ਇਹਦੇ ਨਾਲ ਚਰਚਾ ਕਰ ਲਈਏ। ਇੱਥੋਂ ਤੀਕਰ ਵੀ ਜਦੋਂ ਮਹਾਰਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕੁਰੂਕਸ਼ੇਤਰ ਗਏ ਸਨ ਨਾ, ਤੇ ਕੁਰੂਕਸ਼ੇਤਰ ਵੀ ਇੱਕ ਐਸਾ ਹੀ ਪੰਡਤ ਉਹਨਾਂ ਨੂੰ ਮਿਲਿਆ ਸੀ ਜੋ ਨਾਨੂ ਨਾਮ ਦੇ ਨਾਲ ਮਸ਼ਹੂਰ ਸੀ, ਉਹਨੂੰ ਨਾਨੂ ਕਹਿੰਦੇ ਸਨ। ਤੇ ਉਹ ਸਾਰੇ ਵੇਦਾਂ ਸ਼ਾਸਤਰਾਂ ਦੀ ਵਿਚਾਰ ਕਰਕੇ ਮਸ਼ਹੂਰ ਸੀ ਵੀ ਉਹ ਸਾਰੇ ਵੇਦਾਂ ਸ਼ਾਸਤਰਾਂ ਦੀ ਵਿਚਾਰ ਕਰ ਲੈਂਦਾ ਹੈ, ਉਹਨਾਂ ਦੇ ਕਰਕੇ ਮਸ਼ਹੂਰ ਹੈ। ਤੋ ਸਾਧ ਸੰਗਤ ਉੱਥੇ ਮਹਾਰਾਜ ਜੀ ਨੇ ਉਹਦਾ ਉਹ ਭਰਮ ਵੀ ਦੂਰ ਕੀਤਾ ਕਿ ਵੇਦਾਂ ਦੀ ਵਿਚਾਰ ਦੇ ਨਾਲ ਉਹ ਰਸ ਜਿਹੜਾ ਹੈ ਪਰਿਪੂਰਨ ਵਾਹਿਗੁਰੂ ਜੀ ਦੇ ਨਾਮ ਦਾ ਰਸ ਉਹਦੀ ਪ੍ਰਾਪਤੀ ਨਹੀਂ ਹੁੰਦੀ। ਨਾਨਕ ਭਗਤ ਪ੍ਰੈ ਹੋ, ਸਤਿਗੁਰੂ ਜੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ, ਕਹਿੰਦੇ ਵਾਹਿਗੁਰੂ ਜੀ ਦੀ ਭਗਤੀ ਹੀ ਸਾਨੂੰ ਪਿਆਰੀ ਲੱਗਦੀ ਹੈ। ਕਿਸੇ ਨੂੰ ਚਾਹੇ ਕੁਛ ਪਿਆਰਾ ਲੱਗਦਾ ਹੋਵੇ, ਕੋਈ ਚਾਹੇ ਜੋਗ ਭੋਗ ਗਿਆਨ ਧਿਆਨ ਤੀਰਥਾਂ ਦਾ ਇਸ਼ਨਾਨ ਨਦੀਆਂ ਦੇ ਕਿਨਾਰਿਆਂ ਤੇ ਬੈਠਣਾ ਵੇਦਾਂ ਦੀ ਵਿਚਾਰ ਆਦਿਕ ਨੂੰ ਸ੍ਰੇਸ਼ਟ ਮੰਨਦਾ ਹੋਵੇ, ਪਰੰਤੂ ਕਹਿੰਦੇ ਸਾਨੂੰ ਸਿਰਫ ਪ੍ਰਮਾਤਮਾ ਦੀ ਭਗਤੀ ਹੀ ਪਿਆਰੀ ਲੱਗਦੀ ਹੈ। ਸਤਿਗੁਰੂ ਜੀ ਉਹਦਾ ਕਾਰਨ ਦੱਸਦੇ ਨੇ, ਗਰੀਬ ਨਵਾਜ ਕਹਿੰਦੇ ਉਹਦਾ ਕਾਰਨ ਇਹ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪਣੇ ਭਗਤ ਪਿਆਰੇ ਨੇ। ਆਪਣੇ ਭਗਤ ਭਗਤ ਤੇਰੇ ਮਨ ਭਾਮਦੇ ਦਰਸੋਹਨ ਕੀਰਤ ਗਾਵਦੇ, ਵਾਹਿਗੁਰੂ ਜੀ ਨੂੰ ਆਪਣੇ ਭਗਤ ਪਿਆਰੇ ਲੱਗਦੇ ਨੇ। ਤਾਂ ਪਾਤਸ਼ਾਹ ਕਹਿੰਦੇ ਸਾਨੂੰ ਉਹਦੀ ਭਗਤੀ ਦੇ ਨਾਲ ਪਿਆਰ ਹੈ, ਉਹਦੀ ਭਗਤੀ ਸਾਨੂੰ ਪਿਆਰੀ ਲੱਗਦੀ ਹੈ। ਤੋ ਗੁਰੂ ਕੀ ਸੰਗਤ ਇਤਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਤਰੁੱਟੀਆਂ ਬੇਅਦਬੀਆਂ ਦੀ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ ਸਤਿਗੁਰੂ ਜੀ ਮਿਹਰ ਕਰਨ ਔਰ ਵਾਹਿਗੁਰੂ ਜੀ ਦੇ ਨਾਮ ਦਾ ਉਹ ਰਸ ਜਿਹਨੂੰ ਮਹਾਰਾਜ ਭਗਤ ਫਰੀਦ ਸਾਹਿਬ ਜੀ ਕਹਿੰਦੇ ਕਿ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤੁਧ। ਉਹ ਜਿਹੜਾ ਐਸਾ ਰਸ ਹੈ ਜਿਹਨੂੰ ਹਜ਼ੂਰ ਕਹਿੰਦੇ ਸਭ ਹੂੰ ਕੋ ਰਸ ਹਰ ਹੋ, ਉਸ ਰਸ ਦੀ ਪ੍ਰਾਪਤੀ ਆਪਾਂ ਸਾਰਿਆਂ ਨੂੰ ਹੋਵੇ, ਸਾਰਿਆਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਵਸਤੇ, ਉਸ ਵਾਹਿਗੁਰੂ ਜੀ ਦੀਆਂ ਖੁਸ਼ੀਆਂ ਸਾਨੂੰ ਪ੍ਰਾਪਤ ਹੋਣ। ਨਾਮ ਬਾਣੀ ਸੇਵਾ ਸਿਮਰਨ ਦੀ ਦਾਤਰੇ ਨਾਲ ਜੁੜੀਏ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸੋ ਪ੍ਰੇਮ ਸਹਿਤ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹੀਏ ਜੀ। ਕਾਹੂ ਤੀਰ ਕਾਹੂ ਨੀਰ ਕਾਹੂ ਵੇਦ ਵਿਚਾਰ ਨਾਨਕਾ ਭਗਤ ਪ੍ਰੈ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ। ਕਰੀਏ